ਵੇਲੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਇਹ ਵਕੀਲ ਭਾਈਚਾਰਾ ਕਿਉਂਕਿ ਕੋਈ ਵਰਗ ਨਹੀਂ ਆ ਪੰਜਾਬ ਦਾ ਇਸ ਵੇਲੇ ਜਿਹੜਾ ਕਿ ਇਸ ਸੰਘਰਸ਼ ਦੇ ਵਿੱਚ ਨਾ ਕੁੱਦਿਆ ਹੋਵੇ, ਚਾਹੇ ਉਹ ਆੜ੍ਹਤੀਏ ਨੇ, ਦੁਕਾਨਾਂ ਵਾਲੇ ਨੇ। ਕਿਸਾਨਾਂ ਦਾ ਤਾਂ ਸੰਘਰਸ਼ ਹੈ ਹੀ ਹੈ। ਇਹ ਕਿਸਾਨ ਸੰਘਰਸ਼ ਦੇ ਨਾਲ ਇਸ ਵੇਲੇ ਜਿਹੜਾ ਤੁਸੀਂ ਕਹ ਲਓ ਕਿ ਇਹ ਜਨ ਸੰਘਰਸ਼ ਜਿਹੜਾ ਉਹ ਬਣ ਗਿਆ। ਧਾਰਨੀ ਸਾਹਿਬ ਬੜੇ ਸੀਨੀਅਰ ਐਡਵੋਕੇਟ ਨੇ ਫਤਿਹਗੜ੍ਹ ਸਾਹਿਬ ਤੋਂ, ਧਾਲੀਵਾਲ ਸਾਹਿਬ ਜਿਹੜਾ ਉਹ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਜਿਹੜਾ ਰਹਿ ਚੁੱਕੇ ਨੇ, ਐਕਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ, ਜਿਵੇਂ ਕਿ ਐਕਸ ਪ੍ਰੈਜ਼ੀਡੈਂਟ ਨੇ ਉਹ। ਧਾਲੀਵਾਲ ਸਾਹਿਬ ਕੀ ਲੱਗਦਾ ਇਸ ਵੇਲੇ, ਕਿਉਂਕਿ ਤੁਸੀਂ ਲੋਕ ਤਾਂ ਐਕਚੁਅਲੀ ਜਿਹੜਾ ਉਹ ਕਰੀਮ ਹੈ ਜੀ, ਜਿਹੜਾ ਇਹ ਸਾਰਾ ਕੁਝ ਬਹੁਤ ਇੱਕ ਡਿਫਰੈਂਟ ਐਂਗਲ ਤੋਂ ਜਿਹੜਾ ਜੀ ਉਹ ਜਾਣਦੇ ਨੇ ਕਿ ਕਾਨੂੰਨ ਜਿਹੜੇ ਉਹ ਬਣੇ ਨੇ। ਜਦੋਂ ਵਕੀਲ ਭਾਈਚਾਰਾ ਉਹਦੇ ਵਿੱਚ ਆ ਗਿਆ ਤੇ ਇੱਕ ਗੱਲ ਤਾਂ ਕਹਿਣ ਦੀ ਲੋੜ ਹੀ ਨਹੀਂ ਰਹੀ ਕਿ ਇਹ ਕਾਨੂੰਨ ਗਲਤ ਬਣੇ ਹੋਏ ਨੇ, ਵੀ ਤੁਸੀਂ ਉਹਦਾ ਵਿਰੋਧ ਕਰਨ ਦੇ ਵਾਸਤੇ ਜਿਹੜਾ ਜੀ ਉਹ ਆਏ ਹੋ। ਤੁਹਾਨੂੰ ਕੀ ਲੱਗਦਾ ਕਿ ਕਿਵੇਂ ਇਹ ਕਿਲਰ ਨੇ? ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰਾ ਜੋ ਕਾਨੂੰਨ ਕੀਤੇ ਗਏ ਇਹ ਕੌਂਸਟੀਟਿਊਸ਼ਨ ਦੇ ਅਗੇਂਸਟ ਕੀਤੇ ਗਏ। ਕੌਂਸਟੀਟਿਊਸ਼ਨ ਦੇ ਵਿੱਚ ਪ੍ਰੋਵੀਜ਼ਨ ਹੈ, ਫੈਡਰਲ ਸਿਸਟਮ ਹੈ ਸਾਡਾ, ਸਟੇਟਾਂ ਕੋਲ ਪਾਵਰ ਨੇ, ਸੈਂਟਰ ਕੋਲ ਪਾਵਰ ਹੈ, ਇੱਕ ਦੂਜੇ ਦੀ ਪਾਵਰ 'ਚ ਇੰਟਰਫੀਅਰ ਨਹੀਂ ਕਰ ਸਕਦੇ। ਐਗਰੀਕਲਚਰ ਜਿਹੜੀ ਹੈ ਉਹ ਹੈ ਸਟੇਟ ਪਾਵਰ ਸਬਜੈਕਟ। ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਲੈ ਕੇ ਮਤਲਬ ਪਾਰਲੀਮੈਂਟ, ਕਿਉਂਕਿ ਇਹਨਾਂ ਦੀ ਮੈਜੋਰਟੀ ਹੈ, ਸਟੇਟ ਨੂੰ ਪੁੱਛਿਆ ਨਹੀਂ, ਕੰਸਲਟੇਸ਼ਨ ਹੈ ਨਹੀਂ, ਇੱਥੇ ਪਾਸ ਕਰਕੇ ਉਹਦੀਆਂ ਪਾਵਰ ਸਾਰੀਆਂ ਲੈ ਲਈਆਂ। ਹੁਣ ਜਿਹੜਾ ਇੱਕ ਸਟੇਟ ਜਿਹੜੀ ਹੈ ਉਹ ਤਾਂ ਇੱਕ ਬਣ ਗਈ ਹੈ ਪੰਚਾਇਤ ਤੋਂ ਵੀ ਮਾੜੀ, ਉਹਦੇ ਕੋਲ ਕੋਈ ਸੋਚ। ਪਹਿਲਾਂ ਵੀ ਜਿਹੜੇ ਅਮੈਂਡਮੈਂਟ ਕੀਤੀਆਂ ਨੇ ਹੁਣ ਵੀ ਕੀਤੀਆਂ ਨੇ, ਫੈਡਰਲ ਸਟਰਕਚਰ ਇਹਨਾਂ ਖਤਮ ਕਰਤਾ, ਸੰਵਿਧਾਨ ਖਤਮ ਕਰਤਾ। ਦੂਜੀ ਗੱਲ ਇਹ ਗੈਰ ਕਾਨੂੰਨੀ ਹੈ ਹੀ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਪ੍ਰੋਵੀਜ਼ਨ ਕੀਤੇ ਗਏ ਨੇ ਬੜੀ ਮੁਸ਼ਕਲ ਨਾਲ ਇੱਕ ਆਪਣਾ 3 ਆਰਡਰ ਹੋਇਆ ਸੀ, ਜੁਡੀਸ਼ਰੀ ਤੇ ਐਗਜ਼ੈਕਟਿਵ ਤੇ ਲੈਜਿਸਲੇਚਰ, ਇਹਨਾਂ ਨੇ ਫਿਰ ਸਾਰੇ ਇਕੱਠੇ ਕਰਤੇ। ਹੁਣ ਗੱਲ ਸੁਣੋ, ਜੇ ਕਿਸਾਨ ਕਿਸੇ ਨੂੰ ਤਕਲੀਫ ਹੋਏ ਕਿ ਕਿੱਥੇ ਜਾਏਗਾ? ਐਸਡੀਐਮ ਕੋਲ। ਪਹਿਲੀ ਗੱਲ ਹੈ ਕਿ ਐਸਡੀਐਮ ਕੋਰਟ ਕਰਦੇ ਹੀ ਨਹੀਂ, ਜੇ ਕਰਦਾ ਹੈ ਤਾਂ ਉਹਨੂੰ ਜੋ ਉੱਥੇ ਐਮਐਲਏ ਆ ਜਾਂ ਮਿਨਿਸਟਰ ਜੋ ਕਹੇਗਾ ਉਹ ਕਰੇਗਾ। ਐਮਐਲਏ ਤੇ ਮਿਨਿਸਟਰ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹ ਪੂੰਜੀਪਤੀ ਹੈ, ਕਾਰਪੋਰੇਟ ਜਿਹੜੇ ਬੰਦੇ ਨੇ, ਉਹ ਜੋ ਕਹਿਣਗੇ ਉਹ ਕਰਵਾ ਲੈਣਗੇ, ਕਿਉਂਕਿ ਉਹ ਪੈਸੇ ਦਿੰਦੇ ਨੇ, ਉਹ ਫੰਡ ਦਿੰਦੇ ਨੇ। ਗਰੀਬ ਕਿਸਾਨ ਕਿੱਥੇ ਜਾਏਗਾ? ਅੱਗੇ ਡੀਸੀ ਆ ਤਾਂ ਉੱਥੇ ਵੀ ਉਹ ਅਸੀਂ ਵੇਖਦੇ ਹਾਂ ਰੈਵਨਿਊ ਦੇ ਜਿਹੜੀਆਂ ਉਹਨਾਂ ਦੇ ਹੁੰਦਾ ਹੈ, ਉਹ ਸਾਰੇ ਜਿੰਨੇ ਸਾਡੇ ਕੋਲ ਕਲਾਇੰਟ ਹੁੰਦੇ ਨੇ ਉਹੀ ਕਹਿੰਦੇ ਨੇ ਕਿ ਅਸੀਂ ਫਲਾਣੇ ਮਿਨਿਸਟਰ ਕੋਲ ਆਇਆ ਜੀ, ਸਾਡੇ ਹੱਕ ਜਿਹੜਾ ਤੁਸੀਂ ਬਹਿਸ ਕਰ ਦਿਓ, ਤੇ ਉਹ ਇੱਥੇ ਹੋਏਗਾ। ਤੇ ਉਹ ਸਾਰਾ ਕੁਝ ਇਹ ਮਤਲਬ ਕਾਨੂੰਨ ਜਿਹੜਾ ਹੈ ਇਹ ਗੈਰ ਕਾਨੂੰਨੀ ਹੈ। ਧਾਲੀਵਾਲ ਸਾਹਿਬ ਤੁਸੀਂ ਬਹੁਤ ਸੀਨੀਅਰ ਵਕੀਲਾਂ ਚਾਹੁੰਦੇ ਹੋ, ਕਦੀ ਇਹ ਨਹੀਂ ਸੀ ਹੋਇਆ ਕਿ ਜਿਹੜੇ ਅਦਾਲਤੀ ਫੈਸਲੇ ਨੇ, ਵੱਡੀਆਂ ਉੱਚੀਆਂ ਅਦਾਲਤਾਂ ਦੇ, ਸੁਪਰੀਮ ਅਦਾਲਤਾਂ ਦੇ ਜਿਹੜੇ ਫੈਸਲੇ ਨੇ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਕਦੇ ਨਹੀਂ ਸੀ ਹੁੰਦਾ, ਪਰ ਉਹ ਹੋਣਾ ਸ਼ੁਰੂ ਹੋ ਗਿਆ? ਕੀ ਇਹ ਮਾੜੀ ਇੱਕ ਸ਼ੁਰੂਆਤ ਹੋ ਗਈ ਹੋਈ ਹੈ? ਦੇਖੋ, ਇਹ ਮੰਦਭਾਗਾ ਹੈ ਕਿ ਕੋਰਟਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਇੰਨਾ ਵਿਸ਼ਵਾਸ ਸੀ ਉਹ ਖਤਮ ਹੋ ਰਿਹਾ ਹੈ। ਅਸੀਂ ਆਪ ਇਹਦੇ ਸਾਨੂੰ ਵੀ ਚਿੰਤਾ ਹੈ ਕਿ ਕਿਉਂ ਕੋਰਟਾਂ ਦਾ ਬਿਹੇਵੀਅਰ ਇਹੋ ਜਿਹਾ ਹੋਇਆ ਹੈ ਕਿ ਲੋਕੀ ਉਹਨਾਂ ਦੇ ਕਿੰਤੂ ਕਰਨ ਲੱਗ ਗਏ। ਇਹ ਐਮਰਜੈਂਸੀ ਦੇ ਵਿੱਚ ਹੀ ਹੋਇਆ ਸੀ, ਇੰਦਰਾ ਗਾਂਧੀ ਨੇ ਵੀ ਕੀਤਾ, ਲੇਕਿਨ ਕੋਰਟਾਂ ਨੇ ਫਿਰ ਵੀ ਉਦੋਂ ਕੋਈ ਨਾ ਕੋਈ ਕਰਦੀ ਸੀ। ਅੱਜ ਹੁਣ ਸਾਨੂੰ ਕੋਈ ਨਜ਼ਰ ਆ ਹੀ ਨਹੀਂ ਰਿਹਾ ਕਿ ਕੋਰਟਾਂ ਕਰ ਰਹੀਆਂ ਨੇ। ਪਹਿਲੀ ਗੱਲ ਹੈ ਕਿ ਉਹ ਪਹਿਲੋਂ ਤਾਲੇ ਲਗਾਤੇ, ਫਿਰ ਮੂੰਹ ਤੇ ਪੱਟੀਆਂ ਬੰਨ੍ਹਦੀਆਂ, ਤੇ ਕੋਰਟ ਜਿਹੜੀ ਉਹ ਕੋਈ ਕੋਰਟ ਕਰਦੀ ਨਹੀਂ। ਨਾ ਵਕੀਲ ਪੇਸ਼ ਹੋ ਸਕਦਾ ਤੇ ਨਾ ਕੋਈ ਸੁਣਵਾਈ ਹੋ ਸਕਦੀ ਹੈ। ਜਿਹੜੇ ਇੰਨੇ ਅਰਜੈਂਟ ਸੁਣਨ ਵਾਲੇ ਕੇਸ ਨੇ ਉਹ ਪਏ ਨੇ, ਤੇ ਜ਼ਮਾਨਤ ਵਾਲਾ ਕੇਸ ਜਿਹੜਾ ਹੈ ਉਹ ਇੱਕ ਪੱਤਰਕਾਰ ਜਿਹੜਾ ਕਦੀ ਪੱਤਰਕਾਰੀ ਕਰਦੇ ਹੀ ਨਹੀਂ, ਸਰ ਰਾਜਨੀਤੀ ਕਰ ਰਿਹਾ ਹੈ, ਉਹਦਾ ਰਾਤੋਂ ਰਾਤ ਕੇਸ ਲਿਸਟ ਹੋ ਜਾਂਦਾ ਹੈ, ਨਾਲ ਦੀ ਨਾਲ ਫੈਸਲਾ ਵੀ ਹੋ ਜਾਂਦਾ ਹੈ। ਦੂਜੇ ਪਤਾ ਨਹੀਂ ਬੁੱਢੇ ਬੰਦੇ ਵਿਚਾਰੇ ਜਨਾਨੀਆਂ, ਉਹਨਾਂ ਦਾ ਕੀ ਹੈ ਕਿ ਉਹ ਮਜ਼ਦੂਰਾਂ ਵਾਸਤੇ ਕੰਮ ਕਰਦੇ ਰਹੇ ਨੇ, ਆਦੀ ਵਾਸਤੇ ਕੰਮ ਕਰਦੇ ਰਹੇ, ਉਹ ਅੰਦਰ ਨੇ, ਉਹਨਾਂ ਦੀ ਸੁਣਦਾ ਕੋਈ ਨਹੀਂ। ਉਹ ਇੱਕ ਬਜ਼ੁਰਗ ਉਹਦੇ ਹੱਥ ਕੰਬਦੇ ਨੇ, ਗਲਾਸ ਫੜ ਨਹੀਂ ਸਕਦਾ, ਉਹਨੂੰ ਸਟਾਹ ਤੱਕ ਪ੍ਰੋਵਾਈਡ ਨਹੀਂ ਕੀਤਾ। ਇਹ ਸਾਡੀ ਡੈਮੋਕ੍ਰੇਸੀ ਹੈ, ਇਹ ਹਿਊਮਨ ਰਾਈਟਸ ਨੇ ਸਾਡੇ, ਔਰ ਕੋਈ ਪੁੱਛਦਾ ਨਹੀਂ। ਕੋਰਟਾਂ ਨੂੰ ਇੰਟਰਫੀਅਰ ਕਰਨਾ ਚਾਹੀਦਾ, ਇਮੇਜ ਸੂਆ ਮੋੜਾ ਲੈਣਾ ਚਾਹੀਦਾ ਸੀ, ਨਹੀਂ ਲਿਆ ਕਿਸੇ ਨੇ, ਉਹਨਾਂ ਦੀ ਕੋਈ ਜ਼ਮਾਨਤ ਵੀ ਨਹੀਂ ਕਰਦਾ। ਧਾਲੀਵਾਲ ਸਾਹਿਬ, ਕੁਝ ਹਫ਼ਤੇ ਪਹਿਲਾਂ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਆ ਉਹ ਇੱਥੋਂ ਦਫ਼ਤਰ ਬੰਦ ਕਰਕੇ ਚਲੇਗੀ। ਹਿਊਮਨ ਰਾਈਟਸ ਦੀ ਤੁਸੀਂ ਗੱਲ ਕੀਤੀ, ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀਆਂ ਉਹ ਕਿਤੇ ਵੀ ਰੜਕ ਨਹੀਂ ਰਹੀਆਂ। ਕੀ ਇਹ ਸਾਰਾ ਕੁਝ ਇਹਨਾਂ ਚੀਜ਼ਾਂ ਕਰਕੇ ਹੋਣ ਲੱਗਿਆ ਕਿ ਬੋਲਦਾ ਹੀ ਨਹੀਂ ਕੋਈ? ਨਹੀਂ, ਦੇਖੋ ਮੈਂ ਤੁਹਾਨੂੰ ਦੱਸਾਂ ਕਿ ਜਨਤਾ ਜਿਹੜੀ ਹੈ ਨਾ ਉਹਦੇ ਕੋਲ ਪਾਵਰ ਬਹੁਤ ਹੈ। ਜਨਤਾ ਕੋਲ ਕਿਵੇਂ ਹੈ? ਦੇਖੋ, ਇਹਨਾਂ ਨੂੰ ਨਹੀਂ ਸੀ ਪਤਾ ਕਿ ਆ ਕੁਛ ਹੋ ਜਾਣਾ। ਕਿਸਾਨ ਪੰਜਾਬ ਤੋਂ ਜਾਗਦਾ ਸਾਰਾ ਹਿੰਦੁਸਤਾਨ ਜਾਗ ਪਿਆ। ਇਸ ਟਾਈਮ ਮੋਦੀ ਨੇ 6 ਸਾਲਾਂ ਦੇ ਵਿੱਚ ਕਦੀ ਕਿਸੇ ਆਰਗੇਨਾਈਜੇਸ਼ਨ ਨਾਲ ਗੱਲ ਨਹੀਂ ਕੀਤੀ, ਸਾਰਿਆਂ ਨੂੰ ਰਗੜ ਕੇ ਰੱਖਿਆ ਉਹਨੇ। ਸਿਰਫ ਇੱਕ ਕਿਸਾਨ ਨੇ ਜਿਹੜੇ ਡਟ ਕੇ ਉੱਥੇ ਗੱਲ ਕਰ ਰਹੇ ਨੇ, ਜਿਨ੍ਹਾਂ ਦੀ ਗੱਲ ਸੁਣ ਰਿਹਾ ਹੈ। ਉਹ ਇੱਕ ਨੂੰ ਜਿਹਦੀ ਅੱਜ ਪਰਸੋਂ ਉੱਥੇ ਜਾ ਕੇ ਯਮੁਨਾ ਦੇ ਕਿਨਾਰੇ ਤੇ ਮੰਦਿਰ ਦੇ ਵਿੱਚ ਖਲੋ ਕਹਿ ਰਿਹਾ ਸੀ ਇਹ ਤਾਂ ਹਿਸਟੋਰਿਕ ਡਿਸੀਜਨ ਹੈ, ਅੱਜ ਉਹ ਮੰਨ ਰਹੇ ਨੇ ਕਿ ਅਸੀਂ ਅਮੈਂਡ ਕਰਨ ਨੂੰ ਤਿਆਰ ਆ। ਇਹਦਾ ਮਤਲਬ ਗਲਤੀਆਂ ਤੋਂ ਮੰਨ ਗਏ, ਤੇ ਗਲਤੀਆਂ ਜੇ ਮੰਨਦੇ ਹੋ ਤੁਸੀਂ ਪੂਰਾ ਇਹਨੂੰ ਖਤਮ ਕਰੋ। ਜਦੋਂ ਤੁਹਾਨੂੰ ਸਾਰੀ ਜਨਤਾ ਹੈ, ਇੱਕ ਕਿਸਾਨ, ਇਹ ਇਕੱਲੇ ਕਿਸਾਨ ਵਿਰੋਧੀ ਨਹੀਂ ਹੈ, ਇਹ ਸਾਰੇ ਹਿੰਦੁਸਤਾਨ ਵਿਰੋਧੀ ਹੈ। ਕੁਝ ਪੂੰਜੀਪਤੀਆਂ ਦੇ ਹੱਕ 'ਚ ਹੈ, ਉਹਨਾਂ ਨੂੰ ਕੰਟਰੋਲ ਦੇ ਦਿੱਤਾ ਜ਼ਮੀਨ ਦਾ ਵੀ, ਉਹਨਾਂ ਨੂੰ ਕੰਟਰੋਲ ਦੇ ਦਿੱਤਾ ਸਾਰੇ ਬਿਜ਼ਨਸ ਦਾ ਵੀ, ਉਹਨਾਂ ਨੂੰ ਹਰ ਚੀਜ਼ ਦਾ ਦੇ ਦਿੱਤਾ ਕਮਾਂਡ। ਹੁਣ ਉਹਨਾਂ ਕੋਲੇ ਕੁਝ ਜਿਹੜੇ ਘਰਾਣੇ ਨੇ ਇਸ ਦੇ ਵਿੱਚ ਦੌਰਾਨ ਦੇ ਵਿੱਚ ਵੀ
ਸਿਰਫ ਇੱਕ ਆ ਜਿਹੜੇ ਘਰਾਣੇ ਨੇ ਕਾਰਪੋਰੇਟ ਹਾਊਸਿਸ ਉਹਨਾਂ ਦੀ ਆਮਦਨ ਤੇ ਵੱਧ ਗਈ ਹੈ ਕਈ ਗੁਣਾ, ਬਾਕੀ ਸਾਰਿਆਂ ਦੀ ਘਟੀ ਹੈ। ਮਿਡਲ ਕਲਾਸ ਦੀ ਘਟੀ ਹੈ, ਛੋਟੇ ਦੁਕਾਨਦਾਰ ਦੀ ਘਟੀ ਹੈ, ਮਜ਼ਦੂਰ ਦੀ ਘਟੀ ਹੈ। ਤੇ ਜੇ ਇਹਨਾਂ ਦੀ GDP ਕੇ ਬਚਾਈ ਹੈ ਤੇ ਉਹ ਕਿਸਾਨ ਦੇ ਬਚਾਈ ਹੈ ਕਿ ਜਿਹਦੀ ਕਦੀ ਇਹਨਾਂ ਨੇ ਮਦਦ ਕੀਤੀ ਨਹੀਂ। ਜਿਹਦੀ ਐਗਰੀਕਲਚਰ ਬਾਰੇ ਅੱਜ ਤੱਕ ਕੋਈ ਪਾਲਿਸੀ ਹੈ ਨਹੀਂ। ਹੁਣ ਕਿਸਾਨ ਜਾਗਿਆ ਹੈ, ਇਹਨੂੰ ਮਨਾਉਣਾ ਜਿਹੜਾ ਹੈ ਜੋ ਇਹ ਕਹਿੰਦਾ ਉਹ ਮੰਨ ਕੇ ਤੇ ਕਰਨਗੇ ਤੇ ਤਾਂ ਮੰਨੇਗਾ, ਤੇ ਨਹੀਂ ਤੇ ਇਹ ਤੇ ਇਹੋ ਭਾਂਬੜ ਬਣ ਗਿਆ। ਦੁਨੀਆ ਸਾਰੀ ਪਿੱਛੇ ਲੱਗ ਗਈ ਹੈ। ਦੇਖੋ ਕੈਨੇਡਾ ਦਾ ਪ੍ਰਧਾਨ ਮੰਤਰੀ ਆ ਕੇ ਵਿੱਚ ਬਹਿ ਜਾਂਦਾ ਹੈ। ਮਤਲਬ ਇਹ ਉਹਨਾਂ ਵੀ ਰਿਲਾਈਜ਼ ਕੀਤਾ ਕਿ ਇਹ ਗਲਤ ਹੋਇਆ। ਅਮਰੀਕਾ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਅੰਬੈਸੀਆਂ ਦੇ ਕੇਸ ਅੱਗੇ ਜਾ ਕੇ ਲੋਕੀ ਧਰਨੇ ਦੇ ਰਹੇ ਨੇ, ਜਲੂਸ ਕੱਢ ਰਹੇ ਨੇ, ਹਜ਼ਾਰਾਂ ਦੀ ਲੱਖਾਂ ਦੀ ਗਿਣਤੀ 'ਚ, ਤੇ ਸਾਰੀ ਦੁਨੀਆ 'ਚ ਹੋ ਰਿਹਾ ਹੈ। ਤੇ ਹੁਣ ਇਹ ਵੀ ਦੇਖੋ ਨਾ, ਇੱਥੇ ਇਕੱਲਾ ਪੰਜਾਬ ਨਹੀਂ ਹੈ, ਹਰਿਆਣਾ ਬਹੁਤ ਹੈ, ਇੱਥੇ ਯੂਪੀ ਆ ਗਈ ਹੈ, ਹੋਰ ਸਟੇਟਾਂ ਵੀ ਆ ਰਹੀਆਂ ਨੇ। ਉਹ ਦੂਰ ਨੇ, ਆ ਨਹੀਂ ਸਕਦੇ। ਤੇ ਫਿਰ ਵੀ ਦੇਖੋ ਹਿੰਮਤ ਹੈ ਕਿਸਾਨ ਦੀ, ਮਤਲਬ ਉਹਨੇ ਸਰਕਾਰ ਨੂੰ ਮਜਬੂਰ ਕਰਤਾ ਗੱਲ ਕਰਨ ਵਾਸਤੇ। ਧਾਰਨੀ ਸਾਹਿਬ, ਕਿਉਂਕਿ ਜਿਹੜੇ ਕਿਸਾਨ ਮਰਦਾ ਹੈ, ਇਹ ਜਿਹੜੀ ਗੱਲ ਪ੍ਰਚਾਰੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਵੀ ਇਹ ਤਾਂ ਪੰਜਾਬ ਦੇ ਕੁਝ ਲੋਕ ਜਿਹੜੇ ਉਹ ਬੈਠੇ ਆ, ਇਹ ਗੱਲ ਭੁੱਲ ਕੇ ਕਿ ਬਹੁਤਾ ਜਿਹੜਾ ਸਾਰਾ ਕੁਝ ਕਿਸਾਨੀ ਦੇ ਆਲੇ ਦੁਆਲੇ ਜਿਹੜਾ ਜੀ ਉਹ ਘੁੰਮਦਾ ਹੈ। ਬਾਕੀ ਵਰਗ ਵੀ ਜਿਹੜਾ ਉਹਨਾਂ ਦਾ ਆਉਣਾ ਇਹ ਕਾਰਨ ਹੈ ਉਹਦੇ ਵਿੱਚ ਕਿ ਉਹ ਇਹ ਗੱਲ ਸਮਝਦੇ ਨੇ ਬੜੇ ਸਾਲਾਂ ਤੋਂ ਬਾਅਦ ਕਿ ਜੇ ਕਿਸਾਨ ਨਾ ਰਿਹਾ ਤੇ ਅਸੀਂ ਵੀ ਨਹੀਂ ਰਹਿਣਾ। ਬਿਲਕੁਲ, ਇਹ ਤਾਂ ਹੈ ਹੀ ਜੀ। ਜਿਵੇਂ ਜੇ ਕਿਸਾਨ ਇਫੈਕਟ ਹੁੰਦਾ ਹੈਗਾ ਤਾਂ ਸਾਰਾ ਵਰਗ ਹੀ ਇਫੈਕਟ ਹੁੰਦਾ, ਚਾਹੇ ਵਪਾਰੀ ਹੈਗਾ। ਦੇਖੋ ਕਿੰਨੇ ਪੁਰਾਣੇ ਰਿਸ਼ਤੇ ਸਾਡੇ ਆੜਤੀ ਵਰਗ ਦੇ ਨਾਲ ਹੈਗੇ ਆ, ਉਹਨਾਂ ਨੂੰ ਇਸ ਹਿਸਾਬ ਨਾਲ ਇਹ ਜਿਹੜਾ ਹੈਗਾ ਭੰਡੀ ਪ੍ਰਚਾਰ ਕਰਕੇ ਕਹਿੰਦੇ ਆ ਵਿਚੋਲੀਏ ਬਾਹਰ ਕੱਢਣੇ ਆ, ਵਿਚੋਲੀਏ। ਉਹ ਅਡਾਨੀ ਅੰਬਾਨੀ ਦੇ ਆਪ ਵਿਚੋਲੇ ਬਣੇ ਫਿਰਦੇ ਹੈਗੇ ਆ। ਤੁਸੀਂ ਦੇਖੋ ਅੰਬਾਨੀ ਅਡਾਨੀ ਦਾ ਕਿੰਨਾ ਮਤਲਬ ਉਹ ਵੱਧ ਰਿਹਾ। ਮੈਂ ਇੱਕੋ ਗੱਲ ਕਰੂੰਗਾ, ਦੇਖੋ ਇਟਸ ਏ ਮਰਡਰ ਆਫ ਡੈਮੋਕ੍ਰੇਸੀ ਐਂਡ ਮਰਡਰ ਆਫ ਹਿਊਮਨ ਰਾਈਟਸ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਹਰਿਆਣੇ ਦੇ ਵਿੱਚ ਦੇਖਿਆ, ਪਿਛਲੇ ਟਾਈਮ ਦੇ ਵਿੱਚ ਤੁਹਾਨੂੰ ਯਾਦ ਹੋਊਗਾ 1982 ਦੇ ਵਿੱਚ ਭਜਨ ਲਾਲ ਨੇ ਜਿਹੜਾ ਹੈਗਾ ਪੰਜਾਬੀਆਂ ਨੂੰ ਏਸ਼ੀਆਡ 82 ਦੇ ਵਿੱਚ ਵੜਨ ਤੋਂ ਜਿਹੜਾ ਹੈਗਾ ਰੋਕਤਾ ਸੀ। ਅੱਜ ਉਹੀ ਕੁਛ ਜਿਹੜਾ ਹੈਗਾ ਖੱਟਰ ਨੇ ਕਰਿਆ। ਇਸ ਤੋਂ ਪਹਿਲਾਂ ਮੈਨੂੰ ਉਹੀ ਲੱਗਦਾ ਜਿਵੇਂ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਦੀ ਧਰਤੀ ਦੇ ਉੱਤੇ ਸੂਬੇ ਨੇ ਜਿਹੜਾ ਹੈਗਾ ਦਿੱਲੀ ਵੱਲ ਵਧਣ ਤੋਂ ਲੋਕਾਂ ਨੂੰ ਰੋਕ ਰਿਹਾ ਸੀ, ਉਹੀ ਕੁਛ ਜਿਹੜਾ ਹੈਗਾ ਇਸ ਤਰ੍ਹਾਂ ਦਾ ਇੱਕ ਘਾਣ ਕਰਿਆ ਜਾ ਰਿਹਾ ਹੈਗਾ, ਔਰ ਜਿਹਦੀ ਹਰ ਵਰਗ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਆ। ਹਰ ਵਰਗ ਚਾਹੁੰਦਾ ਹੈ ਕਿ ਕਿਸਾਨਾਂ ਦੀ ਸੁਣਨੀ ਚਾਹੀਦੀ ਹੈ। ਬਲਕਿ ਮੈਂ ਇਹ ਤੋਂ ਵੀ ਅੱਗੇ ਇੱਕ ਕਦਮ ਜਾਂਦਾ ਕਿ ਮੈਂ ਕਿਸਾਨਾਂ ਨੂੰ ਇੱਥੇ ਅਪੀਲ ਕਰਕੇ ਜਾਂਦਾ ਤੁਹਾਡੇ ਚੈਨਲ ਰਾਹੀਂ ਕਿ ਇੱਥੇ ਨਾ ਬੈਠਿਓ ਜਿਹੜੇ ਝੂਠੇ ਲੋਕ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੇ ਜਿਹੜੇ ਹੈਗੇ ਆ ਮੈਨੀਫੈਸਟੋ ਬਣਾ ਕੇ ਇਹ ਗੱਲਾਂ ਕਹਿੰਦੇ ਸੀ ਕਿ ਇਹ ਜਿਹੜਾ ਹੈਗਾ ਕਿ ਅਸੀਂ ਤੁਹਾਡੇ ਸਾਰੇ ਕਰਜ਼ੇ ਮਾਫ ਕਰਾਂਗੇ, ਆੜਤੀਆਂ ਦੇ ਕਰਜ਼ੇ ਵੀ ਮਾਫ ਕਰਾਂਗੇ। ਇਹ ਮੈਨੂੰ ਲੱਗਦਾ ਟਰੈਕਟਰ ਟਰਾਲੀਆਂ ਲੈ ਕੇ ਚੰਡੀਗੜ੍ਹ ਨੂੰ ਚੱਲਣ, ਉੱਥੇ ਜਾ ਕੇ ਹੁਣ ਰਾਜਾ ਸਾਹਿਬ ਨਾਲ ਵੀ ਨਿਬੇੜ ਕੇ ਹੀ ਜਿਹੜਾ ਹੈਗਾ ਅੱਗੇ ਤੁਰਨ ਦੀ ਕੋਸ਼ਿਸ਼ ਕਰ। ਇੱਕ ਵਾਰੀ ਟਰੈਕਟਰ ਤੁਰ ਪਿਆ, ਮੇਰਾ ਖਿਆਲ ਉਧਰ ਨੂੰ ਤੋਰੀ ਪੈਣਗੇ। ਤੇ ਜਦੋਂ ਇਹ ਭਾਈਚਾਰਾ, ਇਹ ਵਰਗ ਜਿਹੜਾ ਕਿ ਜਦੋਂ ਇਹ ਜਿਹੜੇ ਕੋਰਟ ਨੇ ਇਹ ਬਹੁਤ ਮਿਹਨਤ ਤੋਂ ਬਾਅਦ ਮਿਲਦਾ, ਬਹੁਤ ਸਾਰੀ ਪੜ੍ਹਾਈ ਤੋਂ ਬਾਅਦ ਮਿਲਦਾ, ਔਰ ਜਦੋਂ ਕੋਈ ਵਿਅਕਤੀ ਕਿਸੇ ਮੁਸ਼ਕਲ 'ਚ ਫਸ ਜੇ, ਉਹਨੂੰ ਜਦੋਂ ਇਹ ਕਾਲੇ ਕੋਟ ਜਿਹੜਾ ਦਿਸਦਾ ਤਾਂ ਉਹਨੂੰ ਇਹ ਲੱਗਦਾ ਕਿ ਉਹਦੀ ਲੜਾਈ ਲੜਨ ਵਾਲਾ ਜਿਹੜਾ ਜੀ ਉਹ ਆ ਗਿਆ। ਤੇ ਜੇ ਕਿਸਾਨ ਦੇ ਹੱਕ ਦੇ ਵਿੱਚ ਇਹ ਭਾਈਚਾਰਾ ਜਿਹੜਾ ਜੀ ਉਹ ਆ ਕੇ ਖੜਾ ਹੋ ਗਿਆ ਤੇ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਕਾਨੂੰਨੀ ਲੜਾਈ ਵੀ ਜਿਹੜੀ ਆ ਜੀ ਉਹ ਲੜੀ ਜਾਊਗੀ। ਜਿਹੜੇ ਕਿਉਂਕਿ ਬਹੁਤ ਸਾਰੇ ਵਕੀਲ ਭਾਈਚਾਰਾ ਜਿਹੜਾ ਜੀ ਉਹ ਇਹ ਗੱਲ ਕਹਿ ਰਿਹਾ ਕਿ ਕੋਈ ਕੇਸ ਕਿਸੇ ਦੇ ਉੱਤੇ ਪਏ, ਕਿਸਾਨਾਂ ਦੇ ਇੱਥੇ ਸੈਂਕੜਿਆਂ ਦੀ ਗਿਣਤੀ 'ਚ ਹਰਿਆਣੇ 'ਚ ਕੇਸ ਪਏ ਆ, ਵੀ ਸਾਡੇ ਕੋਲੇ ਲੈ ਕੇ ਆਓ, ਅਸੀਂ ਫ੍ਰੀ ਜਿਹੜੇ ਉਹ ਕੇਸ ਲੜਾਂਗੇ। ਤੁਸੀਂ ਜਿੰਨੇ ਆਏ ਹੋ ਤੁਸੀਂ ਵੀ ਇਹਦੇ ਵਿੱਚ ਸ਼ਾਮਲ ਹੋ ਇਸੇ ਤਰ੍ਹਾਂ? ਬਿਲਕੁਲ ਜੀ, ਅਸੀਂ ਬਿਲਕੁਲ 100% ਇਹਦੇ ਵਿੱਚ ਸ਼ਾਮਲ ਹਾਂ। ਪਹਿਲਾਂ ਤਾਂ ਮੈਂ ਤੇ ਸਾਡੇ ਭਾਈਚਾਰੇ ਵੱਲੋਂ ਇਹ ਦਰਖਾਸਤ ਕਰਦਾ ਵੀ ਸੁਪਰੀਮ ਕੋਰਟ ਨੂੰ ਸਿਊ ਮੋਟੋ ਲੈਣਾ ਚਾਹੀਦਾ ਵਾ। ਇੰਨੀ ਇਲੀਗਲ ਡਿਟੈਂਸ਼ਨਸ ਹੋਈ ਆ, ਇੰਨੀਆਂ FIRs ਦਰਜ ਹੋਈਆਂ ਫਾਰਮਰਸ ਦੇ ਉੱਤੇ, ਉਹ ਸਾਰੀਆਂ ਹੀ ਇਲੀਗਲ ਆ। ਮੈਂ ਕਹਿੰਦਾ ਇਤਿਹਾਸ ਵਿੱਚ ਪਨੂ ਸਾਹਿਬ ਪਹਿਲੀ ਵਾਰੀ ਹੋਇਆ ਵੀ ਜਿਹੜੀ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਆ ਸਟੇਟ ਨੇ ਕੀਤਾ ਵਾ, ਤੇ ਇੱਥੇ ਫਾਰਮਰ ਆਪਦੇ ਫੰਡਾਮੈਂਟਲ ਰਾਈਟਸ ਨੂੰ ਇੰਜੋਏ ਕਰਦੇ ਹੋਏ ਆਪਦੇ ਪੀਸਫੁਲ ਪ੍ਰੋਟੈਸਟ ਨੂੰ ਲੈ ਕੇ ਦਿੱਲੀ ਵੱਲੀ ਨੂੰ, ਆਪਦੀ ਕੈਪੀਟਲ ਦਿੱਲੀ ਨੂੰ, ਜਿੱਥੇ ਉਹ ਟੈਕਸ ਦਿੰਦੇ ਨੇ, ਜਿੱਥੇ ਪਾਈ ਦਿੰਦੇ ਨੇ, ਉੱਥੇ ਆਏ ਆ। ਤੇ ਪਰ ਪੰਜਾਬ ਦੇ ਨਾਲ ਸੌਰੀ ਟੂ ਸੇ ਇਹੋ ਜਿਹਾ ਵਿਵਹਾਰ ਕੀਤਾ ਗਿਆ ਜਿਵੇਂ ਅਸੀਂ ਬਾਰਡਰੋਂ ਪਾਰ ਤੋਂ ਆਏ ਹੁੰਦੇ ਹਾਂ, ਕੰਡਿਆਲੀ ਤਾਰ ਲੈਤੀ। ਇਹਦੇ ਵਿੱਚ ਮੈਂ ਸਾਡੇ ਭਾਈ ਬਸ਼ਰਤੇ ਅਸੀਂ ਕੋਈ ਉੱਥੇ ਲਿਟੀਗੇਸ਼ਨਸ ਕਰੀਏ, ਇਹ ਤੋਂ ਪਹਿਲਾਂ ਸੁਪਰੀਮ ਕੋਰਟ ਨੂੰ ਜਾਗਣਾ ਚਾਹੀਦਾ ਵਾ। ਸੁਪਰੀਮ ਕੋਰਟ ਨੂੰ ਜਾਗਣਾ ਚਾਹੀਦਾ, ਸਿਊ ਮੋਟੋ ਲੈਣਾ ਚਾਹੀਦਾ, ਕੰਪਨਸੇਸ਼ਨ ਦੇਣੀ ਚਾਹੀਦੀ ਆ, ਫਾਰਮਰਸ ਯੂਨੀਅਨਸ ਨੂੰ ਦੇਣੀ ਚਾਹੀਦੀ ਆ। ਇਲੀਗਲ ਪਰਚੇ ਜਿਹੜੇ ਹੋਏ ਆ ਉਹ ਖਤਮ ਹੋਣੇ ਚਾਹੀਦੇ ਆ। ਜਿਹੜੀਆਂ ਇਲੀਗਲ ਡਿਟੈਂਸ਼ਨਸ ਹੋਈਆਂ ਵਾ ਉੱਥੇ ਕੰਪਨਸੇਸ਼ਨ ਦੇਣੀ ਚਾਹੀਦੀ ਆ। ਅੱਜ ਜੁਡੀਸ਼ਰੀ ਦੇ ਉੱਤੇ ਬਹੁਤ ਵੱਡਾ ਭਾਰ ਆ ਗਿਆ। ਜਿੱਥੇ ਦੂਜੀਆਂ ਮਸ਼ੀਨਰੀਜ਼ ਫੇਲ ਹੋ ਜਾਣ, ਲੈਜਿਸਲੇਚਰ ਫੇਲ ਹੋ ਜਾਵੇ, ਤਾਂ ਜੁਡੀਸ਼ਰੀ ਦਾ ਇੱਕ ਕਰਤੱਵ ਬਣਦਾ ਵਾ। ਇਸ ਦੇਸ਼ ਦਾ ਇਤਿਹਾਸ ਵੀ ਰਿਹਾ ਵਾ ਵੀ ਜੁਡੀਸ਼ਰੀ ਮੂਹਰੇ ਆਈ ਆ। ਅੱਜ ਨੋ ਡਾਊਟ BJP ਨੇ ਥੋੜਾ ਜਿਹਾ ਇਸ ਤੇ ਕਰ ਲਿਆ ਵਾ, ਪਰ ਅੱਜ ਲੋੜ ਆ ਵੀ ਜੁਡੀਸ਼ਰੀ ਅੱਗੇ ਆਵੇ ਤੇ ਫਾਰਮਰ ਪ੍ਰੋਟੈਸਟ ਨੂੰ ਪੀਸਫੁਲ ਪ੍ਰੋਟੈਸਟ ਹੋ ਰਿਹਾ, ਇਸ ਦੀ
ਸਪੋਰਟ ਵਿੱਚ। ਜਿਹੜੇ ਕਿਤੇ ਇਹਨਾਂ ਨੇ ਪਿਛਲੇ ਪ੍ਰੋਟੈਸਟ ਨੂੰ ਲੈ ਕੇ ਦਬਾਅ ਦੇ ਥੱਲੇ ਗਲਤ ਫੈਸਲੇ ਵੀ ਸ਼ਹੀਨ ਬਾਗ ਨੂੰ ਲੈ ਕੇ ਕੀਤੇ ਆ ਸੁਪਰੀਮ ਕੋਰਟ ਨੇ, ਉਹਨਾਂ ਦੀ ਵੀ ਇਹ ਅੱਜ ਲੋੜ ਆ ਵੀ ਉਹਨਾਂ ਨੂੰ ਠੀਕ ਕੀਤਾ ਜਾਵੇ ਤਾਂ ਜੋ ਇਹ ਪ੍ਰੋਟੈਸਟ ਆ ਪੀਸਫੁਲ ਪ੍ਰੋਟੈਸਟ ਆ ਇਹਨੂੰ ਬੂਰ ਪੈ ਸਕੇ, ਕਿਉਂਕਿ ਕਿਸਾਨ ਆਪਦੀਆਂ ਲਿਸਟੀਮੇਟ ਮੰਗਾਂ ਲਈ ਇੱਥੇ ਆਏ ਨੇ। ਦੇਖੋ ਮੈਂ ਇਹ ਸਮਝਦਾ ਹੈਗਾ ਕਿ ਮੋਦੀ ਸਾਹਿਬ ਹਰ ਗੱਲ ਦੇ ਵਿੱਚ ਬੀਜੇਪੀ ਇਹ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਸਮਝਾ ਰਹੇ ਹਾਂ। ਮੈਂ ਸੋਚਦਾ ਕਿ ਆਪਣੇ ਆਪ ਨੂੰ ਸਮਝਣ ਦੀ ਲੋੜ ਹੈਗੀ ਆ। ਦੇਖੋ ਕਿਸੇ ਵੀ ਕੰਟਰੀ ਦੀਆਂ ਜਿਹੜੀਆਂ ਪਾਲਿਸੀਜ਼ ਹੁੰਦੀਆਂ ਜਾਂ ਇੰਟਰਨਲ ਪਾਲਿਸੀਜ਼ ਹੁੰਦੀਆਂ ਜਾਂ ਐਕਸਟਰਨਲ ਪਾਲਿਸੀਜ਼ ਹੁੰਦੀਆਂ, ਜਿਹੜੀਆਂ ਇੰਟਰਨਲ ਆ ਉਹ ਤੁਹਾਡੇ ਸਾਹਮਣੇ ਆ, ਤੁਸੀਂ ਦੇਖ ਸਕਦੇ ਹੈਗੇ ਆ। ਜਿਹੜੀਆਂ ਐਕਸਟਰਨਲ ਹੈਗੀਆਂ, ਮੈਨੂੰ ਕੰਟਰੀ ਦੇ ਆਲੇ ਦੁਆਲੇ ਕੋਈ ਵੀ ਐਸਾ ਕੰਟਰੀ ਦਿਖਾ ਦਿਓ ਜਿਹਦੇ ਨਾਲ ਇਹਨਾਂ ਦੇ ਸੁਖਦ ਰਿਲੇਸ਼ਨ ਹੋਣ। ਈਵਨ ਨੇਪਾਲ ਨਾਲ ਵੀ ਜਿਹੜੇ ਹੈਗੇ ਆ ਇਹਨਾਂ ਰਿਲੇਸ਼ਨ ਵਿਗਾੜੇ ਵੇ ਹੈਗੇ ਆ, ਪਾਕਿਸਤਾਨ ਨਾਲ ਵਿਗਾੜੇ ਵੇ ਹੈਗੇ ਆ, ਚਾਈਨਾ ਨਾਲ ਵਿਗਾੜੇ ਵੇ ਹੈਗੇ ਆ। ਜੇ ਬਿਹਾਰ ਦੀ ਇਲੈਕਸ਼ਨ ਆਈ ਤਾਂ ਉੱਥੇ ਬਿਹਾਰ ਰੈਜੀਮੈਂਟ ਜਿਹੜੇ ਹੈਗੇ ਆ ਉਹਨਾਂ ਦਾ ਮਰਨਾ ਕੀ ਕੁਐਸਚਨ ਮਾਰਕ ਨਹੀਂ ਹੈਗਾ। ਤੇ ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਮੋਦੀ ਸਾਹਿਬ ਆਪਣੀਆਂ ਪਾਲਿਸੀਜ਼ ਸੁਧਾਰੋ, ਐਕਸਟਰਨਲ ਪਾਲਿਸੀਜ਼ ਸੁਧਾਰੋ, ਇੰਟਰਨਲ ਪਾਲਿਸੀਜ਼ ਸੁਧਾਰੋ। ਪੰਜਾਬੀਆਂ ਨੂੰ ਜੇ ਕੰਮ ਦੇਣਾ, ਪੰਜਾਬੀਆਂ ਨੂੰ ਜੇ ਇਹ ਤੁਸੀਂ ਚਾਹੋ ਕਿ ਪੰਜਾਬੀ ਜਿਹੜਾ ਹੈਗਾ ਪ੍ਰਫੁੱਲਤ ਹੋਣ, ਤਾਂ ਜਿਹੜਾ ਸਿਲਕ ਰੂਟ ਹੈਗਾ ਉਹਨੂੰ ਖੋਲ੍ਹਣ ਤਾਂ ਕਿ ਲੋਕ ਪਾਕਿਸਤਾਨ ਰਾਹੀਂ ਅਫਗਾਨਿਸਤਾਨ ਤੱਕ ਵਪਾਰ ਕਰਨ, ਆਪਣੀ ਸਬਜ਼ੀ, ਆਪਣੀ ਕਣਕ, ਆਪਣਾ ਸਾਰਾ ਕੁਝ ਭੇਜਣ। ਇਹ ਕਹਿੰਦੇ ਆ ਕਿ ਤੁਹਾਡੀ 1600 ਰੁਪਏ ਦੀ 1800 ਰੁਪਏ ਵਾਲੀ ਜਿਹੜੀ ਕਣਕ ਹੈਗੀ ਆ ਉਹ 600 ਰੁਪਏ ਦੇ ਵਿੱਚ ਵਿਕਾਉਣੀ ਸ਼ੁਰੂ ਕਰੋ, ਤਾਂ ਕਿ ਇਹ ਹੋਵੇ ਕਿ ਪਾਕਿਸਤਾਨ ਦੇ ਵਿੱਚ 7000 ਨੂੰ ਜਾ ਕੇ ਕਿਸਾਨ ਜਿਹੜਾ ਹੈਗਾ ਵੇਚ ਕੇ ਆਵੇ। ਬਹੁਤ ਮਿਹਰਬਾਨੀ ਜੀ। ਔਰ ਇਹ ਭਾਈਚਾਰਾ ਉਹ ਹੈ ਜੀ ਜਿਹਦੇ ਤੋਂ ਇੱਕ ਇਸ ਵੇਲੇ ਬਹੁਤ ਵੱਡੀ ਆਸ ਹੈਗੀ ਹੈ ਇਸ ਪੱਖੋਂ ਕਿ ਘੱਟੋ ਘੱਟ ਇਹ ਜਿਹੜੇ ਕਿਸਾਨ ਨੇ, ਜਿਹੜੇ ਜਿਵੇਂ ਉਹਨਾਂ ਨੇ ਧਾਰਨੀ ਸਾਹਿਬ ਕਹਿ ਰਹੇ ਕਿ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰਾ ਖਿਆਲ 12-12 ਸਾਲ ਦਾ ਬੱਚਾ ਵੀ ਸਮਝ ਚੁੱਕਿਆ ਹੋਇਆ ਇਸ ਵੇਲੇ ਕਿ ਅਸਲ ਕਹਾਣੀ ਜਿਹੜੀ ਉਹ ਕੀ ਆ। ਆਪਣੀ ਪੀੜ੍ਹੀ ਹੇਠਾਂ ਥੋੜਾ ਸੋਟਾ ਉਹ ਫੇਰ ਲੈਣ ਤੇ ਹੋ ਸਕਦਾ ਕਿ ਉਹਨਾਂ ਨੂੰ ਜਿਹੜੀ ਉਹ ਸਮਝ ਲੱਗ ਜਾਵੇ